Hello students, welcome to the next lecture of XML. In this lecture we'll be discussing about delimiters, then markup delimiters, then what is element markup, followed by what is attribute markup, and in the end we'll be discussing XML C data section. ਸੋ ਇਸ ਲੈਕਚਰ ਦੇ ਵਿੱਚ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਡਿਸਕਸ ਕਰਨਾ ਹੈ। ਅਸੀਂ ਕਾਫੀ ਹੱਦ ਤੱਕ XML ਦੇ ਸਿੰਟੈਕਸ ਰੂਲ ਬੇਸਿਕਸ ਇਹ ਸਾਰੀਆਂ ਚੀਜ਼ਾਂ ਪਿਛਲੇ ਲੈਕਚਰਸ ਦੇ ਵਿੱਚ ਕਵਰ ਕਰ ਚੁੱਕੇ ਹਾਂ। ਸੋ ਇਹ ਲੈਕਚਰ ਸਾਨੂੰ ਬਹੁਤ ਹੀ ਈਜ਼ੀ ਲੱਗੇਗਾ ਕਿਉਂਕਿ ਅਸੀਂ ਪ੍ਰੈਕਟੀਕਲੀ ਇਹ ਸਾਰੀਆਂ ਚੀਜ਼ਾਂ ਆਲਰੇਡੀ ਕਰ ਚੁੱਕੇ ਹਾਂ। ਸੋ ਲੈਟ ਅਸ ਸਟਾਰਟਸ ਵਿਦ ਡੀਲਿਮਿਟਰਸ ਕਿ ਡੀਲਿਮਿਟਰ ਕੀ ਹੁੰਦਾ। ਇਹ ਡੀਲਿਮਿਟਰ ਇਜ਼ ਵਨ ਔਰ ਮੋਰ ਕਰੈਕਟਰਸ that separate text strings. Delimiter means ਇੱਕ ਜਾਂ ਇੱਕ ਤੋਂ ਜ਼ਿਆਦਾ ਕਰੈਕਟਰ ਜਿਹੜਾ ਟੈਕਸਟ ਸਟ੍ਰਿੰਗ ਨੂੰ ਸੈਪਰੇਟ ਕਰਦਾ। ਸਟ੍ਰਿੰਗ ਕੀ ਹੁੰਦਾ? ਸੀਕੁਐਂਸ ਆਫ ਕਰੈਕਟਰਸ। ਸੋ XML ਦੇ ਵਿੱਚ ਸਾਡੇ ਕੋਲ ਸੀਕੁਐਂਸ ਆਫ ਕਰੈਕਟਰਸ ਹੁੰਦਾ ਹੀ ਹੈ। ਸੀਕੁਐਂਸ ਆਫ ਕਰੈਕਟਰਸ ਨੂੰ ਸੈਪਰੇਟ ਕਰਨ ਲਈ, ਸਟ੍ਰਿੰਗ ਨੂੰ ਸੈਪਰੇਟ ਕਰਨ ਦੇ ਲਈ ਕੁਝ ਕਰੈਕਟਰ ਯੂਜ਼ ਹੁੰਦੇ ਆ, ਉਹਨਾਂ ਨੂੰ ਅਸੀਂ ਕਹਿੰਦੇ ਆ ਡੀਲਿਮਿਟਰਸ। ਸੋ ਡੀਲਿਮਿਟਰਸ, ਕਾਮਨ ਡੀਲਿਮਿਟਰਸ ਆਰ commas, semicolon, quotes, double commas or single commas etc. These all are delimiters. So delimiters ਦਾ basic purpose ਕੀ ਹੁੰਦਾ ਹੈ ਕਿ ਜਿਹੜੀ text string ਹੈ ਉਹਨੂੰ separate ਕੀਤਾ ਜਾਏ so that ਕਿ parser ਨੂੰ ਪਤਾ ਚੱਲ ਜਾਂਦਾ ਹੈ ਫਿਰ ਕਿ ਇੱਥੇ delimiter ਹੈ। so ਅਗਲਾ ਕੀ ਹੋਏਗਾ? text string ਹੈ। so common delimiters ਹੈ, ਅਸੀਂ commas use ਕਰਦੇ ਹਾਂ, semicolon use ਕਰਦੇ ਹਾਂ, ਕੋਟਸ ਯੂਜ਼ ਕਰ ਲੈਂਦੇ ਆ, ਡਬਲ ਕਾਮਾਸ ਜਾਂ ਸਿੰਗਲ ਕਾਮਾਸ। ਇਹ ਸਾਰੀਆਂ ਚੀਜ਼ਾਂ ਅਸੀਂ XML ਐਗਜ਼ਾਮਪਲ ਦੇ ਵਿੱਚ ਕੀਤੀਆਂ, ਯੂਜ਼ ਵੀ ਕੀਤੀਆਂ, ਸੋ ਇਹ ਜਿਹੜੀਆਂ ਕਰੈਕਟਰਸ ਨੇ ਜਾਂ ਫਿਰ ਸੀਕੁਐਂਸ ਆਫ ਕਰੈਕਟਰਸ ਹੈ ਇਹਨਾਂ ਨੂੰ ਡੀਲਿਮਿਟਰਸ ਕਹਿੰਦੇ ਆ ਜਿਨ੍ਹਾਂ ਨੇ ਸਟ੍ਰਿੰਗ ਨੂੰ ਸੈਪਰੇਟ ਕਰਨਾ ਹੈ। ਨੈਕਸਟ ਇਜ਼ ਮਾਰਕਅਪ ਡੀਲਿਮਿਟਰ। ਮਾਰਕਅਪ ਡੀਲਿਮਿਟਰ ਕਿਹੜੇ ਹੁੰਦੇ ਆ? ਦੇਖੋ XML ਡਾਕੂਮੈਂਟਸ ਆਰ ਕੰਪੋਜ਼ਡ ਆਫ, ਇੱਕ XML ਡਾਕੂਮੈਂਟ ਦੋ ਚੀਜ਼ਾਂ ਤੋਂ ਬਣਿਆ ਹੁੰਦਾ ਮੇਨਲੀ, ਮਾਰਕਅਪ ਤੇ ਕਰੈਕਟਰ ਜਾਂ ਫਿਰ ਉਹਨੂੰ ਅਸੀਂ ਕੰਟੈਂਟ ਵੀ ਬੋਲ ਸਕਦੇ ਹਾਂ। ਪਿਛਲੇ ਲੈਕਚਰ 'ਚ ਅਸੀਂ ਇਹ ਡਿਸਕਸ ਕੀਤਾ ਸੀ ਕਿ ਇੱਕ XML ਡਾਕੂਮੈਂਟ ਦੋ ਚੀਜ਼ਾਂ ਤੋਂ ਮਿਲ ਕੇ ਬਣਿਆ, ਮਾਰਕਅਪ ਤੇ ਕਰੈਕਟਰ ਜਾਂ ਫਿਰ ਜਿਹਨੂੰ ਕੰਟੈਂਟ ਵੀ ਕਹਿੰਦੇ ਆ। ਮਾਰਕਅਪ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ? ਦੀ ਸਾਈਨਸ, ਲੈਸ ਦੈਨ ਸਾਈਨ, ਗ੍ਰੇਟਰ ਦੈਨ ਸਾਈਨ, ਸਲੈਸ਼, ਕੁਐਸਚਨ ਮਾਰਕ, ਇਹ ਸਾਰੀਆਂ ਚੀਜ਼ਾਂ ਕਿਹਦੇ 'ਚ ਆਉਂਦੀਆਂ? ਮਾਰਕਅਪ ਦੇ ਵਿੱਚ। ਸੋ ਮਾਰਕਅਪ ਡੀਲਿਮਿਟਰਸ ਕੀ ਹੋਣਗੇ? ਮਾਰਕਅਪ refers to the sequence of characters or other symbols that are inserted in some places in a text file to indicate how a file should look. ਅਸੀਂ ਲਾਸਟ ਲੈਕਚਰ 'ਚ ਇਹ ਡਿਸਕਸ ਕੀਤਾ ਸੀ ਕਿ ਮਾਰਕਅਪ ਬੇਸਿਕਲੀ ਸੀਕੁਐਂਸ ਆਫ ਕਰੈਕਟਰਸ ਹੁੰਦਾ ਹੈ ਜਾਂ ਕੁਝ ਸਿੰਬਲਸ ਦਾ ਸੀਕੁਐਂਸ ਹੁੰਦਾ ਹੈ ਜਿਹਨੂੰ ਅਸੀਂ ਟੈਕਸਟ ਫਾਈਲ ਦੇ ਵਿੱਚ ਪਲੇਸ ਕਰਦੇ ਹਾਂ, ਜਿਹੜਾ ਇੰਡੀਕੇਟ ਕਰਦਾ ਹੈ ਕਿ ਫਾਈਲ ਕਿਸ ਤਰੀਕੇ ਦੀ ਡਿਸਪਲੇ ਹੋਏਗੀ। HTML relies on recognizing pre-programmed tags. XML is triggered by these specific parts of the element tags. So basically ਜਿਹੜੀ HTML ਹੈ ਉਹ ਜਿਹੜੇ pre-programmed tags ਹੈ ਉਹਨਾਂ ਨੂੰ recognize ਕਰਦੀ ਹੈ ਕਿਉਂਕਿ HTML ਦੇ ਵਿੱਚ ਪਹਿਲਾਂ ਹੀ by default ਜਿਹੜੇ tags ਹੁੰਦੇ ਆ ਤਾਂ ਉਹਦੇ accordingly HTML work ਕਰਦੀ ਹੈ। ਬਟ ਜਿਹੜੀ XML ਹੈ ਉਹ ਕਿੱਦਾਂ ਵਰਕ ਕਰਦੀ ਹੈ? ਬਾਈ ਦੀ ਸਪੈਸੀਫਿਕ ਪਾਰਟਸ ਆਫ ਦਾ ਐਲੀਮੈਂਟ ਟੈਗਸ। ਇਹ ਵਾਲੇ ਸਪੈਸੀਫਿਕ ਪਾਰਟਸ ਨੂੰ ਰਿਕੋਗਨਾਈਜ਼ ਕਰਕੇ XML ਕੰਮ ਕਰਦੀ ਹੈ। ਸੋ ਮਾਰਕਅਪ ਡੀਲਿਮਿਟਰਸ ਕਿਹੜੇ ਮਾਰਕਅਪ ਡੀਲਿਮਿਟਰਸ ਅਸੀਂ ਯੂਜ਼ ਕਰ ਰਹੇ ਹਾਂ? ਇਹ ਅਸੀਂ ਪ੍ਰੈਕਟੀਕਲੀ ਐਗਜ਼ਾਮਪਲਸ ਦੇ ਵਿੱਚ ਦੇਖ ਚੁੱਕੇ ਹਾਂ ਕਿ ਅਸੀਂ XML ਫਾਈਲ ਦੇ ਵਿੱਚ ਜਾਂ XML ਡਾਕੂਮੈਂਟ ਦੇ ਵਿੱਚ ਇਹ ਵਾਲੇ ਸਿੰਬਲਸ ਯੂਜ਼ ਕਰ ਰਹੇ ਹਾਂ। ਇਸ ਲੈਕਚਰ ਦੇ ਵਿੱਚ ਬਸ ਅਸੀਂ ਇਹਨਾਂ ਦੇ ਸਪੈਸੀਫਿਕ ਨੇਮਸ ਦੇਖਣੇ ਆ ਕਿ ਡੀਲਿਮਿਟਰ ਕਿਹੜਾ ਡੀਲਿਮਿਟਰ ਕਹਿੰਦੇ ਆ ਇਹਨੂੰ। ਸੋ ਫਸਟ ਇਜ਼ ਦਿਸ ਸਿੰਬਲ ਸਟਾਰਟ ਟੈਗ ਓਪਨ ਡੀਲਿਮਿਟਰ। ਸੋ ਬੇਸਿਕਲੀ ਇਹ ਓਪਨ ਡੀਲਿਮਿਟਰ ਹੈ, ਸਟਾਰਟ ਟੈਗ। ਨੈਕਸਟ ਇਜ਼ this less than sign and slash end tag open delimiter. So ਇਹਦਾ name ਕੀ ਹੈ? end tag. tag ਨੂੰ end ਕਰਨ ਦੇ ਲਈ we use this. then is tag close delimiter. ਜਦੋਂ tag ਨੂੰ close ਕਰਦੇ ਆ tag close delimiter. then we have
slash then greater than sign. This is empty tag close delimiter. empty tag ਨੂੰ ਜਦੋਂ ਅਸੀਂ ਕਲੋਜ਼ ਕਰਦੇ ਸੀ ਲਾਸਟ ਲੈਕਚਰ ਦੇ ਵਿੱਚ ਅਸੀਂ ਸਿੰਟੈਕਸ ਦੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ empty tag ਦਾ ਸਿੰਟੈਕਸ ਹੁੰਦਾ ਹੈ, ਸੈਲਫ ਕਲੋਜ਼ਿੰਗ ਸਿੰਟੈਕਸ ਵੀ ਹੁੰਦਾ ਹੈ, ਐਲੀਮੈਂਟ ਨੂੰ ਸਟਾਰਟ ਕਰਕੇ ਨਾਲ ਦੀ ਨਾਲ ਕਲੋਜ਼ ਵੀ ਕਰ ਲੈਂਦੇ ਆ। ਸੋ empty tag close delimiter। ਸੋ ਬੇਸਿਕਲੀ ਇਹ ਸਾਰੇ ਸਿੰਬਲਸ ਅਸੀਂ ਪਿਛਲੇ ਲੈਕਚਰਸ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਕਰ ਚੁੱਕੇ ਹਾਂ, ਪ੍ਰੈਕਟੀਕਲ ਐਗਜ਼ਾਮਪਲਸ ਇਹਨਾਂ ਦੀਆਂ ਕਰ ਚੁੱਕੇ ਹਾਂ। ਇਸ ਲੈਕਚਰ ਦੇ ਵਿੱਚ ਬਸ ਅਸੀਂ ਇਹਨੂੰ ਦੇਖਣਾ ਹੈ ਕਿ ਬੇਸਿਕਲੀ ਇਹਨਾਂ ਦੇ ਨੇਮਸ ਡੀਲਿਮਿਟਰ ਦੇ ਵਿੱਚ ਕੀ ਇਹਨਾਂ ਦਾ ਸਪੈਸੀਫਿਕ ਨੇਮ ਕੀ ਹੈ, ਟੈਕਨੀਕਲੀ ਇਹਨਾਂ ਦਾ ਨੇਮ ਕੀ ਹੈ। ਸੋ ਇਹ ਹੋ ਗਿਆ ਮਾਰਕਅਪ ਡੀਲਿਮਿਟਰਸ। ਨੈਕਸਟ ਇਜ਼ ਐਲੀਮੈਂਟ ਮਾਰਕਅਪ। ਐਲੀਮੈਂਟ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ। XML's element markup is composed of 3 parts। ਜਿਹੜਾ ਐਲੀਮੈਂਟ ਹੈ ਉਹਦੇ ਵਿੱਚ 3 ਪਾਰਟਸ ਹੁੰਦੇ ਆ, ਇੱਕ ਸਟਾਰਟ ਟੈਗ, the contents and end tag। ਸਾਨੂੰ ਸਾਰਿਆਂ ਨੂੰ ਪਤਾ ਐਲੀਮੈਂਟ ਨੂੰ ਜਦੋਂ ਅਸੀਂ ਡਿਫਾਈਨ ਕਰਦੇ ਸੀ, ਸਟਾਰਟ ਟੈਗ, ਐਲੀਮੈਂਟ, symbol is this, ਇਹ ਹੋ ਗਿਆ ਸਟਾਰਟ ਟੈਗ। description at the start of an element, the opening tag। ਸੋ ਜਦੋਂ ਐਲੀਮੈਂਟ ਸਟਾਰਟ ਹੁੰਦਾ ਹੈ ਓਪਨਿੰਗ ਟੈਗ ਕਹਿੰਦੇ ਆ ਇਹਨੂੰ। ਨੈਕਸਟ ਫਿਰ ਟੈਕਸਟ, ਬੇਸਿਕਲੀ ਇੱਕ ਕੰਟੈਂਟ ਹੁੰਦਾ ਹੈ ਇਨ ਦ ਮਿਡਲ ਆਫ ਐਨ ਐਲੀਮੈਂਟ, ਉਹਦਾ ਕੰਟੈਂਟ ਲਿਖਿਆ ਜਾਂਦਾ ਹੈ। ਦੈਨ ਐਲੀਮੈਂਟ ਨੂੰ ਕਲੋਜ਼ ਕੀਤਾ ਜਾਂਦਾ ਹੈ, ਦਿਸ ਇਜ਼ ਐਂਡ ਟੈਗ। ਐਟ ਦੀ ਐਂਡ ਆਫ ਐਨ ਐਲੀਮੈਂਟ ਦ ਕਲੋਜ਼ਿੰਗ ਟੈਗ, ਦਿਸ ਇਜ਼ ਦ ਕਲੋਜ਼ਿੰਗ ਟੈਗ। ਸੋ ਅਸੀਂ ਐਲੀਮੈਂਟ ਆਲਰੇਡੀ ਡਿਕਲੇਅਰ ਕੀਤੇ ਆ, ਐਲੀਮੈਂਟ ਅਸੀਂ ਆਲਰੇਡੀ ਯੂਜ਼ ਕਰ ਚੁੱਕੇ ਹਾਂ। ਐਲੀਮੈਂਟ ਦੇ ਵਿੱਚ 3 ਪਾਰਟਸ ਹੁੰਦੇ ਆ, ਸਟਾਰਟ ਟੈਗ, ਕੰਟੈਂਟ ਐਂਡ end tag। so ये सारे की हो गए element markup। next is attribute markup। attributes are used to specify property, characteristic of an element। we all know attributes element ਦੀ ਕੋਈ property या characteristic ਨੂੰ specify ਕਰਦਾ ਹੈ। general form for using an attribute is attribute ਨੂੰ ਜਦੋਂ ਅਸੀਂ use ਕਰਨਾ ਹੈ, element property equals to value in double commas or element property equals to values in single commas। we have discussed attributes in much detail in the previous lectures कि इत्थे element दा नाम की है element, property की है attribute दा नाम, value की है attribute दी value। value नू double commas च भी लिख सकते हैं ते single commas च भी लिख सकते हैं। ਐਟਰੀਬਿਊਟ ਮਾਰਕਅਪ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ। ਹੁਣ ਜਿਹੜਾ ਇਹ ਸਾਰਾ ਸਿੰਟੈਕਸ ਹੈ, ਦਿਸ ਸਿੰਟੈਕਸ, ਉਹੀ ਸਾਰਾ ਸਿੰਟੈਕਸ ਇਸ ਟੇਬਲ 'ਚ ਐਕਸਪਲੇਨ ਕੀਤਾ। ਸਭ ਤੋਂ ਪਹਿਲਾਂ ਦਿਸ ਲੈਸ ਦੈਨ ਸਾਈਨ, ਸਟਾਰਟ ਟੈਗ, ਓਪਨ ਡੀਲਿਮਿਟਰ। ਸੋ ਦਿਸ ਇਜ਼ ਓਪਨ ਡੀਲਿਮਿਟਰ, ਸਟਾਰਟ ਟੈਗ। ਨੈਕਸਟ ਐਲੀਮੈਂਟ, ਐਲੀਮੈਂਟ ਦਾ ਨਾਮ, ਦੈਨ ਪ੍ਰੋਪਰਟੀ ਲਿਖਿਆ ਸੀ, ਐਟਰੀਬਿਊਟ ਦਾ ਨਾਮ, ਦੈਨ ਇਕੁਅਲ ਟੂ ਸਾਈਨ ਵਾਸ देयर, ਦਿਸ ਇਜ਼ ਵੈਲਿਊ ਇੰਡੀਕੇਟਰ कि वैल्यू की होएगी, इस तो बाद वैल्यू लिखनी है। डबल कॉमास लिटरल स्ट्रिंग डीलिमिटर, दैन सिंगल कॉमास ऑल्टरनेट लिटरल स्ट्रिंग डीलिमिटर, क्योंकि असी डबल कॉमास भी यूज़ कर सकते हैं, सिंगल कॉमास भी यूज़ कर सकते हैं। दैन वैल्यू, वैल्यू ऑफ द एट्रीब्यूट, दैन दिस ग्रेटर दैन साइन, स्टार्ट टैग, क्लोज डीलिमिटर। सो जो टैग स्टार्ट किया होया सी उहदा क्लोज डीलिमिटर। सो दीज ऑल आर डीलिमिटर्स बेसिकली। सो जेडे भी असी सिंबल्स यूज़ करते हैं असी XML डॉक्यूमेंट दे विच, दीज आर डीलिमिटर्स बेसिकली। सो इस टेबल दे विच एट्रीब्यूट नू स्पैसीफाई करन दे लई जेडे जेडे डीलिमिटर जेड़ा मार्कअप यूज़ हो रहा वो डिफाइन किया होया। लेट्स मूव टू द नेक्स्ट पोर्शन, XML C data section। देखो XML ਦੇ ਵਿੱਚ ਕੀ ਹੁੰਦਾ ਹੈ ਕਿ ਕੁਝ ਸਿੰਬਲਸ ਹੈ, they are reserved for their use which cannot be used as a content in XML code। XML ਦੇ ਵਿੱਚ ਕੁਝ ਇਸ ਤਰ੍ਹਾਂ ਦੇ ਸਿੰਬਲਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ XML ਕੋਡ 'ਚ ਨਹੀਂ ਯੂਜ਼ ਕਰ ਸਕਦੇ। For example, less than and greater than signs are used for opening and closing XML tags। ਹੁਣ ਜਿਹੜਾ less than sign ਹੈ ਜਾਂ greater than sign है, ਇਹਨਾਂ ਨੂੰ ਅਸੀਂ XML ਟੈਗ ਨੂੰ ਕਲੋਜ਼ ਕਰਨ ਲਈ ਜਾਂ ਓਪਨ ਕਰਨ ਲਈ ਯੂਜ਼ ਕਰਦੇ ਹਾਂ। ਤੇ ਸਪੋਜ਼ ਅਗਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਿਤੇ ਇਹ ਸਾਈਨਸ ਨੂੰ ਯੂਜ਼ ਕਰਾਂਗੇ ਤੇ ਜਿਹੜਾ ਪ੍ਰੋਸੈਸਰ ਹੈ
वो कन्फ्यूज हो जाएगा, एम्बिगिटी आ जाएगी, राइट। सो ये स्पैशल करैक्टर्स ਨੂੰ डिस्प्ले ਕਰਨ ਦੇ ਲਈ ਕੁਝ ਕਰੈਕਟਰ ਐਂਟੀਟੀਜ਼ ਯੂਜ਼ ਕੀਤੀਆਂ ਜਾਂਦੀਆਂ। So an ambiguity is observed when less than or greater than symbols are used with the angle tag. Predefined character entities are used to express the characters without ambiguity. So XML ਦੇ ਵਿੱਚ ਕੀ ਹੈ ਕਿ ਕੁਝ ਜਿਹੜੇ ਸਾਈਨਸ ਹੈ ਉਹ ਰਿਜ਼ਰਵਡ ਨੇ, ਅਸੀਂ ਉਹਨਾਂ ਨੂੰ ਐਜ਼ ਸੱਚ XML ਡਾਕੂਮੈਂਟ 'ਚ ਯੂਜ਼ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਲੈਸ ਦੈਨ ਗ੍ਰੇਟਰ ਦੈਨ ਸਾਈਨ ਦੇ ਨਾਲ ਅਸੀਂ ਟੈਗਸ ਨੂੰ ਓਪਨ ਤੇ ਕਲੋਜ਼ ਕਰ ਰਹੇ ਹਾਂ। ਜੇ ਸਪੋਜ਼ ਅਸੀਂ ਇਹੀ ਸਾਈਨ ਲੈਸ ਦੈਨ ਸਾਈਨ ਜਾਂ ਗ੍ਰੇਟਰ ਦੈਨ ਸਾਈਨ ਅਸੀਂ XML ਡਾਕੂਮੈਂਟ 'ਚ ਯੂਜ਼ ਕਰਾਂਗੇ ਤੇ ਪ੍ਰੋਸੈਸਰ ਨੂੰ ਪ੍ਰੋਬਲਮ ਹੋਏਗੀ, ਐਂਬੀਗਿਟੀ ਆ ਜਾਏਗੀ, ਉਹਨੂੰ ਨਹੀਂ ਪਤਾ ਚੱਲੇਗਾ ਕਿ ਇਹਨੂੰ ਐਜ਼ ਅ ਲੈਸ ਦੈਨ ਗ੍ਰੇਟਰ ਦੈਨ ਸਾਈਨ ਦੀ ਤਰ੍ਹਾਂ ਰੀਡ ਕਰਨਾ ਹੈ ਜਾਂ ਫਿਰ ਟੈਗ ਕਲੋਜ਼ ਜਾਂ ਓਪਨ ਕਰਨ ਦੇ ਲਈ। ਸੋ ਇਸ ਕਰਕੇ ਅਸੀਂ ਕੁਝ ਪ੍ਰੀ ਡਿਫਾਈਨਡ ਕਰੈਕਟਰ ਐਂਟੀਟੀਜ਼ ਯੂਜ਼ ਕਰਦੇ ਹਾਂ ਕਿ ਪਹਿਲਾਂ ਹੀ ਅਸੀਂ ਡਿਫਾਈਨ ਕੀਤਾ ਹੋਇਆ ਕਿ ਲੈਸ ਦੈਨ ਗ੍ਰੇਟਰ ਦੈਨ ਸਾਈਨ ਦੀ ਜਗ੍ਹਾ ਅਸੀਂ ਕੀ ਯੂਜ਼ ਕਰਨਾ ਹੈ ਪ੍ਰੋਗਰਾਮ ਦੇ ਵਿੱਚ, that are used to express the characters without ambiguity. So let's have a look on this table. ਇਹਦੇ ਵਿੱਚ ਸਾਡੇ ਕੋਲ not allowed character less than sign ਅਸੀਂ ਨਹੀਂ यूज़ ਕਰ ਸਕਦੇ XML ਡਾਕੂਮੈਂਟ ਦੇ ਵਿੱਚ, ਠੀਕ ਹੈ। So we have to replace it with ampersand LT semicolon। ਜਿੱਥੇ ਅਸੀਂ greater than sign यूज़ करना है डॉक्यूमेंट ਦੇ ਵਿੱਚ एम्परसेंड GT सैमीकोलन, जिथे एम्परसेंड यूज करना है एम्परसेंड AMP सैमीकोलन, सिंगल कॉमा दे लई एम्परसेंड APOS सैमीकोलन, डबल कॉमास दे लई एम्परसेंड QUOT सैमीकोलन। सो XML ਦੇ ਵਿੱਚ ਇਹ ਜਿਹੜੇ ਕਰੈਕਟਰਸ ਹੈ ਇਹਨਾਂ ਨੂੰ ਅਸੀਂ ਨਹੀਂ ਯੂਜ਼ ਕਰ ਸਕਦੇ ਕਿਉਂਕਿ ਇਹ ਰਿਜ਼ਰਵਡ ਨੇ XML ਵੱਲੋਂ। ਜੇ ਅਸੀਂ XML ਡਾਕੂਮੈਂਟ 'ਚ ਡਿਕਲੇਅਰ ਕਰਾਂਗੇ ਤੇ ਐਂਬੀਗਿਟੀ ਆ ਜਾਏਗੀ। ਸੋ ਐਂਬੀਗਿਟੀ ਨੂੰ ਸੋਲਵ ਕਰਨ ਦੇ ਲਈ ਅਸੀਂ ਰਿਪਲੇਸਮੈਂਟ ਐਂਟੀਟੀਜ਼ ਰੱਖੀਆਂ ਕਿ ਡਾਕੂਮੈਂਟ ਦੇ ਵਿੱਚ ਜਦੋਂ ਵੀ ਅਸੀਂ ਇਹ ਵਾਲੇ ਸਿੰਬਲਸ ਯੂਜ਼ ਕਰਨੇ ਆ ਅਸੀਂ ਉਹਨਾਂ ਦੀ ਰਿਪਲੇਸਮੈਂਟ ਐਂਟੀਟੀ ਯੂਜ਼ ਕਰਾਂਗੇ। ਸੋ ਹੁਣ ਇੱਥੇ C ਡੇਟਾ ਕੀ ਹੈ? C data means character data. C data is defined as blocks of text that are not parsed by the parser. By using C data section, we are commanding the parser that the particular section of the document contains no markup and should be treated as regular text. देखो suppose कि ਜਿਹੜੇ ਇਹ ਵਾਲੇ symbols ਅਸੀਂ ਜਿਨ੍ਹਾਂ ਦੀਆਂ pre-defined entities ਨੇ, suppose ਅਸੀਂ ਇਹ symbols ਆਪਣੇ document ਦੇ ਵਿੱਚ use ਕਰਨਾ ਚਾਹੁੰਦੇ ਹਾਂ, ठीक है। वैसे तो replacement entities are there, but if we want to use these ਸਿੰਬਲਸ ਜਿਹੜੇ ਰਿਜ਼ਰਵਡ ਸਿੰਬਲਸ ਨੇ XML ਵੱਲੋਂ ਜੇ ਅਸੀਂ ਯੂਜ਼ ਕਰਨਾ ਚਾਹੁੰਦੇ ਹਾਂ ਤੇ ਅਸੀਂ C ਡੇਟਾ ਸੈਕਸ਼ਨ ਦੇ ਵਿੱਚ ਯੂਜ਼ ਕਰਦੇ ਹਾਂ। C ਡੇਟਾ ਦਾ ਮਤਲਬ ਹੁੰਦਾ ਹੈ ਕਰੈਕਟਰ ਡੇਟਾ। C ਡੇਟਾ ਮੀਨਸ ਬਲੌਕਸ ਆਫ ਟੈਕਸਟ ਜਿਹੜਾ ਪਾਰਸਰ ਉਹਨਾਂ ਨੂੰ ਪਾਰਸ ਨਹੀਂ ਕਰਦਾ। ਦੈਟ ਮੀਨਸ ਕਿ C ਡੇਟਾ ਦੇ ਵਿੱਚ ਜਦੋਂ ਅਸੀਂ ਲਿਖ ਦੇਵਾਂਗੇ ਕੋਈ ਵੀ ਕੋਡ ਨੂੰ, ਉਹ ਵਾਲਾ ਪਾਰਟਿਕੂਲਰ ਸੈਕਸ਼ਨ ਹੈ ਜਿਹੜਾ ਡਾਕੂਮੈਂਟ ਦਾ, ਠੀਕ ਹੈ, ਉਹਨੂੰ ਰੈਗੂਲਰ ਟੈਕਸਟ ਮੰਨਿਆ ਜਾਏਗਾ। राइट, लेट्स हैव अ लुक ऑन एग्जाम्पल। ਇਹਦਾ ਸਿੰਟੈਕਸ ਹੈ, ਹੁਣ ਸਪੋਜ਼ ਕਿ ਜਿਹੜੇ ਅਸੀਂ ਸਿੰਬਲਸ ਹੈ ਲੈਸ ਦੈਨ ਗ੍ਰੇਟਰ ਦੈਨ ਐਮਪਰਸੈਂਡ ਸਿੰਬਲਸ ਹੈ ਅਸੀਂ ਯੂਜ਼ ਕਰਨਾ ਚਾਹੁੰਦੇ ਹਾਂ ਆਪਣੇ XML ਡਾਕੂਮੈਂਟ ਦੇ ਵਿੱਚ ਤੇ ਅਸੀਂ ਪਾਰਸਰ ਨੂੰ ਕਹਿ ਰਹੇ ਹਾਂ ਕਿ ਇਹਦੇ ਵਿੱਚ ਕੋਈ ਮਾਰਕਅਪ ਨਹੀਂ ਹੈ, ਇਹਨੂੰ ਰੈਗੂਲਰ ਟੈਕਸਟ ਦੀ ਤਰ੍ਹਾਂ ਯੂਜ਼ ਕਰੋ ਕਿਉਂਕਿ ਅਦਰਵਾਈਜ਼ ਲੈਸ ਦੈਨ ਸਾਈਨ ਗ੍ਰੇਟਰ ਦੈਨ ਸਾਈਨ ਕੀ ਹੈ ਮਾਰਕਅਪ ਦੇ ਵਿੱਚ ਆਉਂਦਾ, ਡੀਲਿਮਿਟਰ ਦੇ ਵਿੱਚ ਆਉਂਦਾ ਹੈ। ਬਟ ਅਸੀਂ ਇੱਥੇ ਪਾਰਸਰ ਨੂੰ ਇਹ ਕਮਾਂਡ ਕਰ ਰਹੇ ਹਾਂ, ਪ੍ਰੋਸੈਸਰ ਨੂੰ ਇਹ ਕਮਾਂਡ ਕਰ ਰਹੇ ਹਾਂ ਦੈਟ ਕਿ ਇਹਦੇ ਵਿੱਚ ਕੋਈ ਵੀ ਮਾਰਕਅਪ ਨਹੀਂ ਹੈ, ਇਹਨੂੰ ਐਜ਼ ਅ ਰੈਗੂਲਰ ਟੈਕਸਟ ਟਰੀਟ ਕੀਤਾ ਜਾਏ। ਸੋ ਇਹ ਬੈਨੀਫਿਟ ਹੈ C ਡੇਟਾ ਦਾ। ਸੋ ਇਹਦਾ ਸਿੰਟੈਕਸ ਕੀ ਹੈ C ਡੇਟਾ ਦਾ? ਲੈਸ ਦੈਨ ਸਾਈਨ, ਐਕਸਕਲੇਮੇਸ਼ਨ ਸਾਈਨ, then square bracket, CDATA, then square bracket, then characters with markup। ਜਿਹੜੇ ਵੀ ਕਰੈਕਟਰਸ ਹੈ ਉਹ ਅਸੀਂ ਇਹਦੇ 'ਚ ਲਿਖ ਸਕਦੇ ਹਾਂ। ਇਹਦੇ ਵਿੱਚ ਜਿਹੜੇ ਵੀ ਅਸੀਂ ਕੰਟੈਂਟ ਲਿਖਾਂਗੇ ਚਾਹੇ ਉਹਦੇ ਵਿੱਚ ਮਾਰਕਅਪ ਯੂਜ਼ ਹੋ ਰਿਹਾ ਹੋਏਗਾ ਬਟ ਪਾਰਸਰ ਉਹਨੂੰ ਮਾਰਕਅਪ ਦੀ ਤਰ੍ਹਾਂ ਨਹੀਂ ਲਏਗਾ, ਪਾਰਸਰ ਉਹਨੂੰ ਰੈਗੂਲਰ ਟੈਕਸਟ ਦੀ ਤਰ੍ਹਾਂ ਟਰੀਟ ਕਰੇਗਾ। ਸੋ ਇਹ ਬੈਨੀਫਿਟ ਹੈ C ਡੇਟਾ ਸੈਕਸ਼ਨ ਦਾ। then square bracket, फिर स्क्वायर ब्रैकेट क्लोजिंग, देन
closing using angular bracket. सो ਜਿਹੜਾ ਦਾ ਸਿੰਟੈਕਸ ਹੈ ਇਹਦੇ ਵਿੱਚ 3 ਸੈਕਸ਼ਨਸ ਹੈ। ਸਭ ਤੋਂ ਪਹਿਲਾਂ ਹੈ ਸੀ ਡੇਟਾ ਸਟਾਰਟ ਸੈਕਸ਼ਨ। ਸੋ ਸੀ ਡੇਟਾ ਨੂੰ ਸਟਾਰਟ ਕਰਨਾ ਹੈ। ਸੀ ਡੇਟਾ ਬਿਗਿਨਸ ਵਿਦ ਦ 9 ਕਰੈਕਟਰ ਡੀਲਿਮਿਟਰ। ਜਿਹੜਾ ਸੀ ਡੇਟਾ ਹੈ ਕਰੈਕਟਰ ਡੇਟਾ ਹੈ ਉਹ ਕਿੱਦਾਂ ਸਟਾਰਟ ਹੋ ਰਿਹਾ ਹੈ 9 ਕਰੈਕਟਰ ਡੀਲਿਮਿਟਰ ਤੋਂ। ਦਿਸ ਫਸਟ ਕਰੈਕਟਰ ਇਜ਼ ਲੈਸ ਦੈਨ, ਸੈਕਿੰਡ, ਥਰਡ ਇਜ਼ ਦਿਸ, फोर्थ, फिफ्थ, सिक्स्थ, सैवंथ, एट एंड नाइन्थ। सो सी डेटा स्टार्ट किदा हुंदा 9 करैक्टर डीलिमिटर तो इन्हें स्टार्ट होना है। सैकेंड सैक्शन च की है सी डेटा एंड सैक्शन इज देयर। सी डेटा सैक्शन एंड्स विद स्क्वेयर ब्रैकेट देन दिस एंगुलर ब्रैकेट डीलिमिटर। सो सी डेटा ने स्टार्ट ए वाले सिंटैक्स नाल होना है, सी डेटा ने एंड ए वाले सिंटैक्स नाल होना है। एंड ओदे इन बिटवीन सी डेटा सैक्शन होंदा है। करैक्टर्स बिटवीन दीज टू इनक्लोजर्स are interpreted as characters and not as markup. This is very important कि जब असी C data declare करता ਉਹਦੇ ਵਿੱਚ जिन्ने भी characters असी लिखांगे ਉਹਨਾਂ ਨੂੰ पार्सर character ਦੀ तरह regular text ਦੀ तरह पार्स करेगा, markup ਦੀ तरह पार्स नहीं करेगा। So example is there, C data section start ਕੀਤਾ 9 character delimiter ਦੇ ਨਾਲ। ਇਹਦੇ ਵਿੱਚ ਲਿਖਿਆ मैसेज hello comma world, ठीक है। so comma is used, this exclamation sign is used, then C data section ਨੂੰ close ਕੀਤਾ ਗਿਆ। so this means कि ਜਿਹੜਾ ਇਹਦੇ ਵਿੱਚ content ਹੋਏਗਾ C data section ਦੇ ਵਿੱਚ ਜਿਹੜਾ ਵੀ content ਹੋਏਗਾ parser ਉਹਨੂੰ मार्कअप की तरह नहीं पढ़ेगा, वो रेगुलर टेक्स्ट की तरह पार्स करेगा। सो इन सी डेटा सैक्शन वी कैन यूज लेस देन साइन, ग्रेटर देन साइन, एम्परसेंड साइन, डबल कॉमास, सिंगल कॉमास, राइट। सो उन्होंने रेगुलर टेक्स्ट की तरह ट्रीट किया जाएगा, मार्कअप की तरह नहीं ट्रीट किया जाएगा। सो दिस इज द इंपॉर्टेंस ऑफ सी डेटा सैक्शन। सो अपने कोड के विच असी ब्लॉक ऑफ टेक्स्ट ऐड कर सकते हैं जिन्होंने असी सी डेटा सैक्शन कहने हैं। So I think it is done for the lecture. Thank you so much, students.